ਡੀਅਰ ਸਟੂਡੈਂਟਸ, ਅੱਜ ਅਸੀਂ NTSC ਜਾਂ NMMS ਦੇ ਨਾਲ ਰਿਲੇਟਿਡ ਸਾਡਾ ਜਿਹੜਾ ਸਬਜੈਕਟ ਮੈਥ ਦਾ ਹੈ, ਮੈਂਟਲ ਐਬਿਲਿਟੀ ਦਾ ਹੈ, ਉਹਦੇ ਵਿੱਚ ਅਸੀਂ ਕਲਾਸੀਫਿਕੇਸ਼ਨ ਦੇ ਨਾਲ ਰਿਲੇਟਿਡ ਜਿਹੜੇ ਨੇ ਉਹ ਕੁਝ ਕੁਐਸਚਨਸ ਕਰਾਂਗੇ। ਕਲਾਸੀਫਿਕੇਸ਼ਨਸ ਦਾ ਮੀਨਿੰਗ ਹੈ ਔਡ ਵਨ ਆਊਟ। ਠੀਕ ਹੈ, ਔਡ ਵਨ ਆਊਟ ਮੀਨਸ ਕਿ ਜਦੋਂ ਅਸੀਂ ਇੱਕ ਗਰੁੱਪ ਦੇ ਵਿੱਚੋਂ ਕਿਸੇ ਇਹੋ ਜਿਹੀ ਚੀਜ਼ ਨੂੰ ਅਸੀਂ ਬਾਹਰ ਨਿਕਾਲਣਾ ਹੁੰਦਾ ਆ ਜਿਹੜੀ ਉਸ ਗਰੁੱਪ ਦੇ ਨਾਲ ਮੈਚ ਨਹੀਂ ਕਰ ਰਹੀ, ਅਤੇ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਔਡ ਵਨ ਆਊਟ। ਠੀਕ ਹੈ, ਜਿਸ ਤਰ੍ਹਾਂ ਕਿ ਅਸੀਂ ਕੁਝ ਬॉयਜ਼ ਬੈਠੇ ਹੋਣ, ਉਹਨਾਂ ਦੇ ਵਿੱਚ ਇੱਕ ਗਰਲ ਬਿਠਾ ਦਈਏ। 4 ਆਪਸ਼ਨਸ ਨੇ, ਜਿਵੇਂ 3 ਬॉयਜ਼ ਨੇ, ਇੱਕ ਗਰਲ ਹੈ, ਅਤੇ ਗਰਲ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਹ ਔਡ ਵਨ ਆਊਟ ਆ। ਜਾਂ 3 ਗਰਲਸ ਬੈਠੀਆਂ ਹੋਣ ਅਤੇ ਇੱਕ ਬॉय ਹੋਏ ਅਤੇ ਅਸੀਂ ਕਹਿ ਦਿੰਦੇ ਹਾਂ ਇਹ ਔਡ ਹੈ। ਇਹਨੂੰ ਅਸੀਂ ਕਲਾਸੀਫਿਕੇਸ਼ਨ ਵੀ ਕਹਿੰਦੇ ਹਾਂ ਔਰ ਇਸ ਨੂੰ ਅਸੀਂ ਔਡ ਵਨ ਆਊਟ ਵੀ ਕਹਿੰਦੇ ਹਾਂ। ਠੀਕ ਹੈ, ਹੁਣ ਇਹਦੇ ਵਿੱਚ ਜਿਹੜੇ ਨੇ ਤੁਹਾਡੇ ਕੋਲ ਕੁਐਸਚਨਸ ਜਿਹੜੇ ਨੇ ਵਰਡ ਕਲਾਸੀਫਿਕੇਸ਼ਨਸ ਦੇ ਨਾਲ ਰਿਲੇਟਿਡ ਵੀ ਆ ਸਕਦੇ ਆ, ਫਿਰ ਤੁਹਾਡੇ ਕੋਲ ਲੈਟਰ ਕਲਾਸੀਫਿਕੇਸ਼ਨਸ ਵੀ ਆ ਸਕਦੀਆਂ ਨੇ। ਠੀਕ ਹੈ, ਵਰਡ ਕਲਾਸੀਫਿਕੇਸ਼ਨਸ ਜਾਂ ਲੈਟਰ ਕਲਾਸੀਫਿਕੇਸ਼ਨਸ, ਦੈਨ ਨੰਬਰ ਕਲਾਸੀਫਿਕੇਸ਼ਨ। ਠੀਕ ਹੈ, ਵਰਡ, ਨੰਬਰ, ਲੈਟਰ, ਅਲਫਾ ਨਿਊਮੈਰਿਕ। ਲਾਈਕ ਕਿ ਜੇ ਤੁਹਾਡੇ ਕੋਲ ਕੁਝ ਵਰਡਸ ਦਿੱਤੇ ਹੋਣਗੇ, ਗਰੁੱਪ ਆਫ ਵਰਡਸ ਹੋਏਗਾ, ਉਹਦੇ ਵਿੱਚੋਂ ਜਿਹੜਾ ਵਰਡ ਆਪਣੇ ਗਰੁੱਪ ਨਾਲ ਮੈਚ ਨਹੀਂ ਕਰ ਰਿਹਾ ਉਹਨੂੰ ਅਸੀਂ ਔਡ ਕਰਾਂਗੇ, ਉਹਨੂੰ ਅਸੀਂ ਔਡ ਵਨ ਆਊਟ ਕਰ ਦਾਂਗੇ, ਮੀਨਸ ਉਹ ਗਰੁੱਪ 'ਚੋਂ ਬਾਹਰ ਨਿਕਾਲ ਦੇਵਾਂਗੇ। ਇਸੇ ਤਰ੍ਹਾਂ ਨੰਬਰਸ, ਜਿਹੜਾ ਕੋਈ ਨਹੀਂ ਨੰਬਰ ਮੈਚ ਕਰਦਾ ਹੋਏਗਾ ਜਾਂ ਜਿਹੜਾ ਕੋਈ ਲੈਟਰ ਨਹੀਂ ਮੈਚ ਕਰਦਾ ਹੋਏਗਾ, ਜਾਂ ਅਲਫਾ ਨਿਊਮੈਰਿਕ ਮੀਨਸ ਕਿ ਜਿਹਦੇ ਵਿੱਚ ਅਲਫਾਬੈਟਸ ਵੀ ਹੋ ਸਕਦੇ ਆ ਔਰ ਉਹਦੇ ਨਾਲ ਨਾਲ ਨੰਬਰਸ ਵੀ ਹੋ ਸਕਦੇ ਹਨ। ਸੋ ਇਹਨਾਂ ਦੇ ਨਾਲ ਰਿਲੇਟਿਡ ਜਿਹੜੇ ਨੇ ਆਪਾਂ ਕੁਝ ਕੁਐਸਚਨਸ ਕਰਾਂਗੇ ਤਾਂ ਕਿ ਤੁਹਾਨੂੰ ਕਲਾਸੀਫਿਕੇਸ਼ਨ ਦੇ ਨਾਲ ਰਿਲੇਟਿਡ ਜਿਹੜੇ ਸਮਸ ਨੇ ਜਾਂ ਕੁਐਸਚਨਸ ਨੇ ਉਹਨਾਂ ਦੀ ਸਮਝ ਆ ਸਕੇ। ਠੀਕ ਹੈ, ਇਹਦੇ ਵਿੱਚ ਲਾਈਕ ਜਿਵੇਂ ਸਾਨੂੰ ਕੁਐਸਚਨ ਹੈਗਾ ਫਸਟ ਐਗਜ਼ਾਮਪਲ, ਲਾਈਕ ਅਸੀਂ ਦੇਖਦੇ ਹਾਂ, ਚੂਜ਼ ਦਾ ਔਡ ਵਰਡ। ਸਭ ਤੋਂ ਪਹਿਲਾ ਵਰਡ ਦਿੱਤਾ ਸਾਨੂੰ ਕਿਡਨੀ, ਹਾਰਟ, ਈਅਰ, ਲੰਗਸ। ਠੀਕ ਹੈ, ਅਸੀਂ ਚਾਰਾਂ 'ਚੋਂ ਦੇਖਣਾ ਆ ਕਿ ਕਿਹੜਾ ਜਿਹੜਾ ਆ ਉਹ ਇਹਦੇ ਨਾਲ ਮੈਚ ਨਹੀਂ ਕਰ ਰਿਹਾ। ਤੁਸੀਂ ਧਿਆਨ ਨਾਲ ਦੇਖੋ, ਜਦੋਂ ਅਸੀਂ ਇਹਨਾਂ ਨੂੰ ਚਾਰਾਂ ਨੂੰ ਦੇਖਦੇ ਹਾਂ ਅਤੇ ਸਾਨੂੰ ਲੱਗਦਾ ਕਿ ਹੈ ਤਾਂ ਇਹ ਸਾਡੇ ਬੋਡੀ ਪਾਰਟਸ ਹੀ ਨੇ। ਕਿਡਨੀ ਵੀ ਸਾਡਾ ਬੋਡੀ ਪਾਰਟ ਹੈ, ਕਿਡਨੀ ਹੁੰਦੇ ਆ ਗੁਰਦੇ। ਠੀਕ ਹੈ, ਹਾਰਟ ਦਿਲ, ਈਅਰ ਇਜ਼ ਕੰਨ ਸਾਡੇ, ਲੰਗਸ ਜਿਹੜੇ ਨੇ ਉਹ ਸਾਡੇ ਫੇਫੜੇ ਹੁੰਦੇ ਆ। ਹੈ ਤੇ ਸਾਰੇ ਬੋਡੀ ਪਾਰਟ, ਪਰ ਅਸੀਂ ਇਹਨੂੰ ਕਿਸ ਨੂੰ ਔਡ ਕਵਾਂਗੇ? ਹੁਣ ਇਹਨੂੰ ਧਿਆਨ ਨਾਲ ਦੇਖਣ 'ਤੇ ਸਾਨੂੰ ਪਤਾ ਲੱਗੇਗਾ ਕਿ ਕਿਡਨੀ ਜਿਹੜੀ ਆ ਉਹ ਵੀ ਇੱਕ ਪੇਅਰ ਦੇ ਵਿੱਚ ਹੁੰਦੀ ਆ। ਪੇਅਰ ਮੀਨਸ 2 ਕਿਡਨੀਜ਼ ਹੁੰਦੀਆਂ ਨੇ। ਠੀਕ ਹੈ, ਹਾਰਟ ਜਿਹੜਾ ਵਾ ਦੈਟ ਇਜ਼ ਓਨਲੀ 1। ਠੀਕ ਹੈ, ਇਹਦੇ ਕੋਈ 2 ਪਾਰਟਸ ਨਹੀਂ ਹੁੰਦੇ, 2 ਨਹੀਂ ਹੁੰਦੇ, ਪਾਰਟਸ ਨਹੀਂ, ਪਾਰਟਸ ਆ ਹੁੰਦੇ, 2 ਹਾਰਟ ਨਹੀਂ ਹੁੰਦੇ, ਇੱਕੋ ਹਾਰਟ ਹੁੰਦਾ। ਏਅਰ ਵੀ ਜਿਹੜੇ ਨੇ ਸਾਡਾ ਪੇਅਰ ਆਫ ਈਅਰਸ ਹੁੰਦਾ। ਦੈਨ ਲੰਗਸ ਵੀ ਸਾਡੇ 2 ਹੁੰਦੇ ਆ। ਠੀਕ ਹੈ, ਇਹਦਾ ਮਤਲਬ ਵੀ ਔਡ ਕਿਹੜਾ ਹੋ ਗਿਆ? ਫਿਰ ਸਾਡੇ ਕੋਲ ਹਾਰਟ, ਅਸੀਂ ਇਹਨੂੰ ਔਡ ਕਹਿ ਦੇਵਾਂਗੇ, ਇਹ ਆਪਣੇ ਗਰੁੱਪ ਦੇ ਨਾਲ ਮੈਚ ਨਹੀਂ ਹੋ ਰਿਹਾ। ਨੈਕਸਟ ਹੈ ਸਾਡੇ ਕੋਲ ਚੂਜ਼ ਦਾ ਵਰਡ ਵਿਚ ਇਜ਼ ਡਿਫਰੈਂਟ ਫਰੋਮ ਦਾ ਅਦਰਸ, ਦੈਟ ਇਜ਼ ਔਰੇਂਜ, ਗੁਆਵਾ, ਐਪਲ, ਗ੍ਰੇਪਸ। ਹੈ ਤਾਂ ਚਾਰੋਂ ਫਰੂਟਸ ਨੇ, ਅਸੀਂ ਕਿਹਨੂੰ ਔਡ ਕਵਾਂਗੇ? ਦੇਖੋ, ਜਦੋਂ ਔਰੇਂਜ ਗਰੋ ਹੁੰਦਾ ਆ ਉਹ ਵੀ ਸਿੰਗਲ ਹੁੰਦਾ ਆ। ਦੈਨ ਗੁਆਵਾ ਮੀਨਸ ਅਮਰੂਦ, ਉਹ ਵੀ ਸਿੰਗਲ ਹੁੰਦਾ ਆ, ਉਹਦੇ ਵਿੱਚ ਬੰਚਿਸ ਨਹੀਂ ਹੁੰਦੇ ਉਹਦੇ। ਫਿਰ ਐਪਲ ਵੀ ਸਿੰਗਲ ਹੀ ਟਹਿਣੀ ਨਾਲ ਗਰੋ ਹੁੰਦਾ ਆ। ਜਿਹੜੇ ਗ੍ਰੇਪਸ ਨੇ ਉਹ ਤੁਸੀਂ ਦੇਖੋਗੇ ਕਦੀ ਵੀ ਕਿ ਕਦੀ ਇੱਕ ਗ੍ਰੇਪ ਨਹੀਂ ਲੱਗਦਾ, ਉਹ ਬੰਚਿਸ ਦੇ ਵਿੱਚ ਹੁੰਦੇ ਨੇ। ਦੈਟ ਇਜ਼ ਵਾਈ ਇਟ ਇਜ਼ ਔਡ ਹੇਅਰ। ਇਹਨੂੰ ਅਸੀਂ ਇੱਥੇ ਕਲਾਸੀਫਾਈ ਕਰਕੇ ਇਹਨੂੰ ਅਸੀਂ ਇਸ ਗਰੁੱਪ 'ਚੋਂ ਬਾਹਰ ਨਿਕਾਲ ਦਿੰਦੇ ਹਾਂ, ਇਹ ਸਾਡੇ ਗਰੁੱਪ ਦੇ ਨਾਲ ਮੈਚ ਨਹੀਂ ਕਰ ਰਿਹਾ। ਠੀਕ ਹੈ, ਨੈਕਸਟ ਦੇਖੋ, ਇਹ ਸੀ ਕੁਝ ਸਾਡੇ ਵਰਡਸ ਦੀਆਂ ਕਲਾਸੀਫਿਕੇਸ਼ਨਸ। ਨੈਕਸਟ ਹੈਗੀਆਂ ਨੇ ਸਾਡੀਆਂ ਲੈਟਰ ਕਲਾਸੀਫਿਕੇਸ਼ਨਸ। ਓਕੇ, ਲੈਟਰ ਕਲਾਸੀਫਿਕੇਸ਼ਨਸ ਦੇ ਵਿੱਚ ਕੀ ਹੈਗਾ ਆ ਕਿ ਸਭ ਤੋਂ ਪਹਿਲਾਂ ਮੈਂ ਇੱਕ ਚੀਜ਼ ਤੁਹਾਨੂੰ ਥੋੜ੍ਹੀ ਜਿਹੀ 'ਚ ਟਿਪ ਦਿੰਦੀ ਹਾਂ ਕਿ ਜਿਸ ਤਰ੍ਹਾਂ ਮੈਂ ਕੋਡਿੰਗ ਡੀਕੋਡਿੰਗ ਵਾਲੀ ਵੀਡੀਓ ਦੇ ਵਿੱਚ ਥੋੜ੍ਹੀ ਇਹਨਾਂ ਦੀ ਪੋਜੀਸ਼ਨਲ ਵੈਲਿਊ ਬਾਰੇ ਦੱਸਿਆ ਸੀਗਾ। ਥੋੜ੍ਹਾ ਮੈਂ ਹੋਰ ਉਸ ਤੋਂ ਥੋੜ੍ਹਾ ਡਿਟੇਲ ਦੇ ਵਿੱਚ ਤੁਹਾਨੂੰ ਦੱਸਦੀ ਹਾਂ ਕਿ ਦੇਖੋ, ਸਾਡੇ ਅਲਫਾਬੈਟਸ ਨੇ। ਠੀਕ ਹੈ, ABCD ਸਾਰੇ, ਇਹਨਾਂ ਦੀਆਂ ਪੋਜੀਸ਼ਨਲ ਵੈਲਿਊਜ਼ ਕਿਵੇਂ ਨੇ? A ਦੀ ਹੈਗੀ 1, B ਦੀ 2, C ਦੀ 3, D ਦੀ 4, ਲਾਈਕ 26 ਤੱਕ ਸਾਡੇ Z ਤੱਕ ਚਲੇ ਜਾਂਦੇ ਆ। ਬਟ ਜੇਕਰ ਅਸੀਂ ਫੋਰਵਰਡ ਲੈ ਜਾਈਏ ਇਹਨਾਂ ਦੇ ਅਤੇ ਫਿਰ ਉਹ 1 2 3 ਸਿੱਧੇ ਕਾਊਂਟ ਕਰ ਲੈਂਦੇ ਹਾਂ। ਜਦੋਂ ਅਸੀਂ ਬੈਕਵਰਡ ਕਾਊਂਟਿੰਗ ਕਰਦੇ ਹਾਂ ਫਿਰ ਅਸੀਂ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ, ਦੇਖੋ A ਦੀ ਜਿਹੜੀ ਆ ਲਾਈਕ ਦਿਸ, A ਦੀ ਫੋਰਵਰਡ ਹੈਗੀ ਆ 1 ਅਤੇ ਬੈਕਵਰਡ ਹੈਗੀ ਆ 26। ਠੀਕ ਹੈ, ਇਸੇ ਤਰ੍ਹਾਂ B ਦੀ 2 ਆ ਫੋਰਵਰਡ। ਜੇ ਆਪਾਂ ਸਿੱਧੇ ਜਾਈਏ ਅਤੇ ਜੇ ਆਪਾਂ ਇਹਨੂੰ ਪਿੱਛੋਂ ਲੈਣਾ ਸ਼ੁਰੂ ਕਰੀਏ ਤਾਂ ਫਿਰ ਸਾਡੇ ਲਈ ਕਾਊਂਟ ਕਰਨਾ ਕਿੰਨਾ ਔਖਾ ਹੋ ਜਾਂਦਾ ਹੈ।
ਜੇ ਆਪਾਂ ਪਿੱਛੋਂ 1 2 3 ਸ਼ੁਰੂ ਕਰਾਂਗੇ ਔਰ ਅਲਫਾਬੈਟਸ ਵੀ ਅਸੀਂ ਕਾਊਂਟ ਕਰਨੇ ਸ਼ੁਰੂ ਕਰਾਂਗੇ ਤੇ ਕਿੱਥੋਂ ਤੱਕ ਆਉਣਾ ਔਖਾ ਹੋਏਗਾ। ਮੈਂ ਇਹਦੇ ਲਈ ਤੁਹਾਨੂੰ ਇੱਕ ਟਿਪ ਦੇਵਾਂਗੀ। ਦੇਖੋ ਇਹਦੇ C ਦੀ 3 ਆ ਤੇ ਪਿੱਛੇ ਕਿੰਨੀ ਹੈ 24, D ਦੀ 4 ਆ ਤੇ ਪਿੱਛੇ ਕਿੰਨੀ ਹੈ 23। ਤੁਸੀਂ ਦੇਖੋ ਕਿ ਹਰ ਇੱਕ ਪੋਜੀਸ਼ਨਲ ਵੈਲਿਊ ਜਿਹੜੀ ਦੀ ਫਾਰਵਰਡ ਤੇ ਬੈਕਵਰਡ ਆ ਇਹਦਾ ਸਮ ਕਿੰਨਾ ਆ ਰਿਹਾ ਆ 27। ਠੀਕ ਹੈ, ਜੇਕਰ ਸਾਨੂੰ ਕਿਸੇ ਅਲਫਾਬੈਟ ਦੀ ਜਿਹੜੀ ਫਾਰਵਰਡ ਉਹਦੀ ਪੋਜੀਸ਼ਨਲ ਵੈਲਿਊ ਪਤਾ ਹੋਏਗੀ ਤੇ ਪਿਛਲੀ ਜਿਹੜੀ ਆ ਬੈਕਵਰਡ ਜਿਹੜੀ ਅਸੀਂ ਆਪਣੇ ਆਪ ਫਾਈਂਡ ਆਊਟ ਕਰ ਲਾਂਗੇ। ਸਪੋਜ਼ G ਦੀ ਜਿਹੜੀ ਹੈ ਸਾਡੇ ਕੋਲ 7 ਆ ਤੇ ਇਹਦੀ ਬੈਕਵਰਡ ਤੋਂ ਅਸੀਂ ਜੇ ਪਿੱਛੋਂ ਕਾਊਂਟਿੰਗ ਸ਼ੁਰੂ ਕਰਾਂਗੇ ਤੇ ਇਹਨੂੰ ਅਸੀਂ 27 ਚੋਂ ਮਾਈਨਸ ਕਰ ਲਾਂਗੇ, ਉਹ ਇਹਦੀ 20 ਹੋਏਗੀ। ਇਹ ਸਾਡਾ ਬਿਲਕੁਲ ਈਜ਼ੀ ਵੇ ਦੇ ਨਾਲ ਇਹਦੀ ਬੈਕਵਰਡ ਐਂਡ ਫਾਰਵਰਡ ਜਿਹੜੀ ਆ ਉਹ ਕਾਊਂਟਿੰਗ ਕਰਨੀ, ਪੋਜੀਸ਼ਨਲ ਵੈਲਿਊ ਦੇਖਣੀ ਈਜ਼ੀ ਹੋ ਜਾਂਦੀ ਆ। ਠੀਕ ਹੈ, ਉਸ ਤੋਂ ਬਾਅਦ ਇੱਕ ਟਿਪ ਮੈਂ ਤੁਹਾਨੂੰ ਹੋਰ ਦੇਵਾਂਗੀ। ਕਈ ਵਾਰ ਇਸ ਤਰ੍ਹਾਂ ਆ ਮੇ ਬੀ ਕਿ ਤੁਹਾਨੂੰ ਫਾਰਵਰਡ ਵੀ ਕਾਫੀ ਅੱਗੇ ਜਾ ਕੇ ਤੁਸੀਂ ਫਿੰਗਰਸ 'ਤੇ ਕਾਊਂਟ ਕਰੋ। ਤੁਸੀਂ ਇੱਕ ਵਰਡ ਯਾਦ ਰੱਖਣਾ EJOTY, ਇਹਨੂੰ ਅਸੀਂ ਕਹਾਂਗੇ ਇਜੋਟੀ। ਦਿਸ ਇਜ਼ ਇਜੋਟੀ। ਹੁਣ ਇੱਥੇ ਅਸੀਂ 5 ਦਾ ਟੇਬਲ ਦੇਖਾਂਗੇ, 5 10 15 20 ਤੇ 25 ਮੀਨਸ ਕਿ E ਦੀ ਪੋਜੀਸ਼ਨਲ ਵੈਲਿਊ ਫਾਰਵਰਡ, ਇਹ ਫਾਰਵਰਡ ਵੈਲਿਊਜ਼ ਨੇ। E ਦੀ ਜਿਹੜੀ ਆ 5 ਹੈ, J ਦੀ ਜਿਹੜੀ 10 ਆ, O ਦੀ ਜਿਹੜੀ 15 ਆ, T ਦੀ ਜਿਹੜੀ 20 ਆ ਤੇ Y ਦੀ ਜਿਹੜੀ 25 ਆ। ਠੀਕ ਹੈ, ਇਹ ਤੁਸੀਂ ਜੇ ਮੰਨ ਲਓ ਤੁਹਾਨੂੰ O ਦੀ ਪੋਜੀਸ਼ਨਲ ਵੈਲਿਊ ਪਤਾ, ਤੁਹਾਨੂੰ ਵਰਡ ਯਾਦ ਆ ਜਾਏਗਾ ਕਿ O ਜਿਹੜਾ ਇਜੋਟੀ ਦੇ ਵਿੱਚ ਸੀਗਾ ਤੇ 3rd ਨੰਬਰ 'ਤੇ ਸੀਗਾ, ਇਹਦੀ 15 ਆ। ਜੇਕਰ ਮੰਨ ਲਓ ਤੁਹਾਨੂੰ ਵੈਸੇ ਹੀ ਤੁਹਾਨੂੰ P ਦੀ ਪੋਜੀਸ਼ਨਲ ਵੈਲਿਊ ਪਤਾ ਕਰਨੀ ਹੋਵੇ, ਕੁਐਸਚਨ ਦੇ ਵਿੱਚ P ਦੀ ਪੋਜੀਸ਼ਨਲ ਵੈਲਿਊ ਤੁਸੀਂ ਦੇਖਣੀ ਆ, ਤੁਸੀਂ ਕਾਊਂਟ ਕਰਨਾ ਸ਼ੁਰੂ ਕਰੋਗੇ ਹੈ ਨਾ 1 2 ABC ਤੋਂ। ਜੇ ਤੁਹਾਨੂੰ ਇਹ ਵਰਡ ਯਾਦ ਹੋਏਗਾ ਤੇ ਤੁਸੀਂ ਕੀ ਦੇਖੋਗੇ ਕਿ O ਦੇ ਨਾਲ ਹੀ P ਹੁੰਦਾ ਆ। ਸਾਨੂੰ ਪਤਾ ਵੀ O ਦੀ 3rd ਪੋਜੀਸ਼ਨ ਸੀਗੀ ਤੇ O ਦੀ ਕੀ ਸੀ ਪੋਜੀਸ਼ਨਲ ਵੈਲਿਊ 15 ਤੇ O ਦੇ ਅੱਗੇ P ਚਲਾ ਗਿਆ 15 ਤੇ 16। ਅਸੀਂ ਸਿੰਪਲ ਵੇ ਦੇ ਨਾਲ P ਦੀ ਪੋਜੀਸ਼ਨਲ ਵੈਲਿਊ 16 ਕੱਢ ਕੇ ਦੇਖ ਲਵਾਂਗੇ। ਠੀਕ ਹੈ, ਇਸੇ ਤਰ੍ਹਾਂ ਤੁਸੀਂ ਕਿਸੇ ਹੋਰ ਵੀ ਲੈਟਰ ਦੀ ਇਸੇ ਤਰ੍ਹਾਂ ਕੱਢ ਸਕਦੇ ਇਜੋਟੀ ਤੋਂ ਹੀ। ਠੀਕ ਹੈ, J ਦੇ ਲਾਗੇ ਚਾਗੇ ਜੇ ਕੋਈ ਵਰਡ ਹੋਵੇ ਜਾਂ ਤੁਸੀਂ W ਦੀ ਹੀ ਨਿਕਾਲਣੀ ਹੋਵੇ, ਮੰਨ ਲਓ W ਦੀ ਕੱਢਣੀ ਆ, Y ਦੀ ਪੋਜੀਸ਼ਨਲ ਵੈਲਿਊ ਕਿੰਨੀ ਆ ਸਾਡੀ 25 ਆ ਤੇ 25 ਤੋਂ ਜਿਹੜਾ ਵਾ ਪਿੱਛੇ W ਆ ਜਾਏਗਾ, X ਤੇ Y WXY। ਠੀਕ ਹੈ, 25 24 ਤੇ 23 ਪਿੱਛੇ ਆ ਕੇ ਉਹਦੀ 23 ਹੋ ਜਾਏਗੀ। ਠੀਕ ਹੈ, ਇਸ ਤਰੀਕੇ ਦੇ ਨਾਲ ਇਸ ਵਰਡ ਤੋਂ ਤੁਸੀਂ ਇਹ 5 ਦਾ ਟੇਬਲ ਲੈ ਕੇ ਸਿੰਪਲ ਵੇ ਦੇ ਨਾਲ ਤੁਸੀਂ ਕੱਢ ਸਕਦੇ ਹੋ। ਠੀਕ ਹੈ, ਹੁਣ ਅੱਗੇ ਅਸੀਂ ਇਹਦੇ ਨਾਲ ਦੇ ਕੁਐਸਚਨਸ ਜਿਹੜੇ ਨੇ ਉਹ ਕਰਾਂਗੇ ਕਲਾਸੀਫਿਕੇਸ਼ਨ ਦੇ ਆਪਣੇ, ਕਿ ਕਲਾਸੀਫਿਕੇਸ਼ਨ ਦੇ ਵਿੱਚ ਸਾਡੇ ਕੋਲ ਲੈਟਰ ਦੀ ਜਿਹੜੀ ਕਲਾਸੀਫਿਕੇਸ਼ਨ ਆ ਉਹ ਕਿਵੇਂ ਹੁੰਦੀ ਆ। ਹੁਣ ਇਹਦੇ ਵਿੱਚੋਂ ਲੈਟਰ ਦਿੱਤੇ ਨੇ E ਦਿੱਤਾ ਹੈ ਸਾਨੂੰ ਇੱਕ ਲੈਟਰ, ਇੱਕ ਦਿੱਤਾ ਹੈ S, ਇੱਕ ਹੈ I, ਇੱਕ ਹੈ O। ਇਹ 'ਚੋਂ ਅਸੀਂ ਔਡ ਲੈਟਰ ਫਾਈਂਡ ਆਊਟ ਕਰਨਾ। देखो E भी वॉवल है, I भी वॉवल है, O भी वॉवल है, S जो है वो वॉवल नहीं है, इस करके ये साडा ऑड 1 आउट हो जाएगा। राइट, हुण नैक्सट असीं अगला क्वेश्चन देखते हैं। देखो ये है PRTV CEGI ACFH JLNP। ਇਹਦੇ ਵਿੱਚੋਂ ਕਿਹੜਾ ਜਿਹੜਾ ਹੈਗਾ ਸਾਡੀ ਆਪਸ਼ਨ ਆ ਉਹ ਆਪਣੀ ਇਹਨਾਂ ਦੀ ਸੀਕੁਐਂਸ ਜਿਹੜੀ ਨਹੀਂ ਬਣਦੀ। ਮੀਨਸ ਕਿ ਕਿਹੜਾ ਇੱਕ ਇਹੋ ਜਿਹਾ ਪੈਟਰਨ ਆ ਜਿਹਦੇ ਵਿੱਚ ਬਾਕੀ ਤੇ 3 ਜਿਹੜੀਆਂ ਆਪਸ਼ਨਸ ਨੇ ਉਹ ਚੱਲਦੀਆਂ ਨੇ ਬਟ ਇੱਕ ਆਪਸ਼ਨ ਜਿਹੜੀ ਉਹ ਨਹੀਂ ਚੱਲਦੀ। ਅਸੀਂ ਬਣਾ ਕੇ ਦੇਖਾਂਗੇ। ਦੇਖੋ PRTV, P ਤੋਂ ਬਾਅਦ ਅਸੀਂ Q ਨੂੰ ਛੱਡ ਕੇ ਤੇ R ਲਿਖ ਲਿਆ, R ਤੋਂ ਬਾਅਦ S ਨੂੰ ਛੱਡਿਆ ਤੇ T ਆ ਗਿਆ, U ਨੂੰ ਛੱਡਿਆ ਤੇ V ਆ ਗਿਆ। C ਦਾ ਬਣਾ ਕੇ ਦੇਖਾਂਗੇ, C ਆ, D ਨੂੰ ਛੱਡ ਕੇ ਤੇ E ਬਣ ਗਿਆ। ਠੀਕ ਹੈ, F ਨੂੰ ਛੱਡਿਆ ਤੇ G ਬਣ ਗਿਆ, H ਨੂੰ ਛੱਡਿਆ ਤੇ I ਬਣ ਗਿਆ। ਸੇਮ ਪੈਟਰਨ ਬਣ ਗਿਆ ਨਾ ਸਾਡੇ ਵਿੱਚ। ਹੁਣ ਅਸੀਂ ACFH ਦੇ ਵਿੱਚ ਦੇਖਾਂਗੇ ਕਰਕੇ। ਪਹਿਲਾਂ A ਸੀ, B ਨੂੰ ਛੱਡ ਕੇ C ਆ ਗਿਆ, ਹੁਣ D ਛੱਡ ਕੇ ਤੇ ਸਾਡੇ ਕੋਲ ਇੱਥੇ E ਆਉਣਾ ਚਾਹੀਦਾ ਸੀ ਨਾ। ਠੀਕ ਹੈ, ਸਾਡੇ ਕੋਲ ਕੀ ਆਇਆ ਹੋਇਆ ਵਾ F। ਅਸੀਂ ਅਗਲਾ ਵੀ ਕਰਕੇ ਦੇਖਾਂਗੇ। ਪਹਿਲਾ ਲੈਟਰ ਹੈਗਾ J, K ਨੂੰ ਛੱਡ ਕੇ L ਆ ਗਿਆ, M ਨੂੰ ਛੱਡ ਕੇ N ਆ ਗਿਆ, O ਨੂੰ ਛੱਡ ਕੇ P ਆ ਗਿਆ। ਇਹਦਾ ਮਤਲਬ ਸਾਡੇ ਕੋਲ ਇਹ ਵਾਲੀ ਆਪਸ਼ਨ ਜਿਹੜੀ ਆ ਉਹ ਔਡ ਹੈ, ਇਹ ਸਾਡੇ ਗਰੁੱਪ ਦੇ ਨਾਲ ਮੈਚ ਨਹੀਂ ਕਰ ਰਹੀ। ਠੀਕ ਹੈ, ਇਸੇ ਤਰ੍ਹਾਂ ਹੀ ਜਿਹੜਾ ਹੈਗਾ ਆ ਇਸੇ ਤਰ੍ਹਾਂ ਆਹੀ ਹੈਗਾ DCBA ZYXW SRPQ and HGFE। ਤੁਸੀਂ ਆਪ ਵੀ ਇਹਨੂੰ ਹੁਣ ਦੇਖ ਸਕਦੇ ਹੋ ਕਰਕੇ ਕਿਵੇਂ ABCD ਦੇਖੋ। ਠੀਕ ਹੈ, ਫਿਰ ਇੱਥੇ ਕੀ ਹੈ WXYZ। ਅਸੀਂ ਬੈਕ ਤੋਂ ਜਾ ਰਹੇ ਹਾਂ ਇੱਧਰ ਨੂੰ। ਠੀਕ ਹੈ, WXYZ EFGH। ਹੁਣ ਆਹ ਦੇਖੋ ਇਹ QPRS, QP ਆ ਗਿਆ ਨਾ। ਇੱਥੇ ਸਾਡਾ ਹੋਣਾ ਚਾਹੀਦਾ ਸੀ P ਤੇ Q।
ਪਿੱਛੇ ਸਾਡਾ P ਹੋਣਾ ਚਾਹੀਦਾ ਸੀ, ਇੱਥੇ ਸਾਡਾ Q ਹੋਣਾ ਚਾਹੀਦਾ ਸੀ, ਇੱਥੇ R ਤੇ ਇੱਥੇ S। ਇਹਦਾ ਮਤਲਬ ਇਹ ਸਾਡੇ ਇਹਦੇ ਵਿੱਚ ਨਹੀਂ ਮੈਚ ਕਰ ਲਿਆ ਸਾਡੇ ਗਰੁੱਪ 'ਚ, ਇਹਨੂੰ ਅਸੀਂ ਔਡ ਕੱਢ ਲਵਾਂਗੇ। ਅੱਗੇ ਹੈਗੇ ਸਾਡੇ ਨੰਬਰ ਕਲਾਸੀਫਿਕੇਸ਼ਨ। ਠੀਕ ਹੈ, ਨੰਬਰ ਕਲਾਸੀਫਿਕੇਸ਼ਨ ਦੇ ਵਿੱਚ ਦੇਖੋ 4 ਸਾਨੂੰ ਗਰੁੱਪਸ ਦਿੱਤੇ ਹੋਏ ਨੇ, 4 ਨੰਬਰਸ ਦਿੱਤੇ ਹੋਏ ਨੇ। ਇਹਦੇ ਵਿੱਚ ਅਸੀਂ ਦੇਖਾਂਗੇ ਕਿ ਕਿਹੜਾ ਇਹਦੇ ਨਾਲ ਨਹੀਂ ਮੈਚ ਕਰ ਰਿਹਾ। ਦੇਖੋ ਆ ਵੀ ਔਡ ਹੈ, ਆ ਵੀ ਔਡ ਹੈ, ਇਹ ਵੀ ਔਡ ਹੈ, ਅਤੇ ਇਹਦੇ ਪਿੱਛੇ 2 ਹੈ। ਸਿੱਧਾ ਤੁਸੀਂ ਦੇਖ ਸਕਦੇ ਹੋ ਜਿਹਦਾ ਯੂਨਿਟ ਡਿਜਿਟ ਜਿਹੜਾ ਆ ਉਹ ਔਡ ਹੈ, ਉਹ ਨੰਬਰ ਵੀ ਔਡ ਹੈਗਾ ਆ। ਇਹਦਾ ਯੂਨਿਟ ਡਿਜਿਟ 2 ਹੈ, ਇਹ ਈਵਨ ਨੰਬਰ ਹੈ, ਇਸ ਲਈ ਇਹ ਸਾਡਾ ਔਡ 1 ਆਊਟ ਹੋ ਜਾਏਗਾ। ਠੀਕ ਹੈ, ਨੈਕਸਟ ਦੇਖੋ ਅੱਗੇ ਹੈਗਾ ਆ 7th ਕੁਐਸਚਨ, ਸਿਲੈਕਟ ਦ ਨੰਬਰ ਵਿਚ ਇਜ਼ ਡਿਫਰੈਂਟ ਫਰੋਮ ਦ ਅਦਰਸ। 25, 16, 9, 18 ਸਿੰਪਲ। ਦਿਸ ਇਜ਼ 5 ਸਕੁਅਰ। ਠੀਕ ਹੈ, ਦਿਸ ਇਜ਼ 4 ਸਕੁਅਰ, ਦਿਸ ਇਜ਼ 3 ਸਕੁਅਰ। 18 ਇਜ਼ ਨੋਟ ਦ ਸਕੁਅਰ ਆਫ ਐਨੀ ਨੰਬਰ। 18 ਜਿਹੜਾ ਵਾ ਕਿਸੇ ਵੀ ਨੰਬਰ ਦਾ ਸਕੁਅਰ ਨਹੀਂ ਹੈ, ਇਸ ਲਈ 18 ਜੋ ਹੈ ਉਹ ਸਾਡਾ ਔਡ ਨਿਕਲ ਜਾਏਗਾ। ਠੀਕ ਹੈ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਜੀ ਨੈਕਸਟ ਕੁਐਸਚਨ। ਬੇਟਾ ਨੈਕਸਟ ਕੁਐਸਚਨ ਹੈਗਾ ਆ, ਦੇਖੋ ਇਹਦੇ ਵਿੱਚ ਸਾਨੂੰ ਇੱਕ ਗਰੁੱਪ ਦੇ ਦਿੱਤਾ ਉਹਨਾਂ ਨੇ 522, 8 and 30, 10 42 and 314। ਮੀਨਸ ਕਿ ਜਿਹੜਾ ਇਹਦੇ ਵਿੱਚ ਰਿਲੇਸ਼ਨ ਆ ਉਹੀ ਇਹਦੇ 'ਚ ਹੋਏਗਾ, ਉਹੀ ਇਹਦੇ 'ਚ ਹੋਏਗਾ, ਉਹੀ ਇਹਦੇ ਵਿੱਚ ਹੋਣਾ ਚਾਹੀਦਾ, ਚਾਰਾਂ 'ਚ ਸੇਮ। ਜਿਹਦੇ 'ਚੋਂ ਰਿਲੇਸ਼ਨ ਨਹੀਂ ਹੋਏਗਾ ਉਹ ਸਾਡਾ ਔਡ ਹੋਏਗਾ। ਹੁਣ ਰਿਲੇਸ਼ਨ ਕਿਵੇਂ ਬਣਿਆ, 5 ਤੋਂ ਬਾਅਦ 22 ਕਿਵੇਂ ਬਣਿਆ, 5 + 4 + 2, 5 ਚੌਕਾ 20 ਜਮਾ 2 22, ਇਹ ਬਣ ਗਿਆ। ਉਸ ਤੋਂ ਬਾਅਦ 8 ਚੌਕਾ 32 ਅਤੇ 2 34 ਬਣਨੇ ਚਾਹੀਦੇ ਸੀ ਨਾ, ਇੱਥੇ ਇਹ ਸਾਡਾ ਨਹੀਂ ਆਇਆ। ਆਪਾਂ ਇੱਥੇ ਹੀ ख़ਤਮ ਨਹੀਂ ਕਰਨਾ, ਇਹ ਧਿਆਨ ਰੱਖਣਾ ਆ ਬੇਟਾ। ਮੇ ਬੀ ਕਿ ਇਹ ਵਾਲਾ ਪੈਟਰਨ ਜਿਹੜਾ ਵਾ ਉਹ ਸਾਡਾ ਅਗਲਿਆਂ 'ਤੇ ਵੀ ਨਾ ਚੱਲਦਾ ਹੋਵੇ, ਅਸੀਂ ਇੱਥੇ ਹੀ ਖ਼ਤਮ ਨਹੀਂ ਕਰਨਾ। ਜੇਕਰ ਅਸੀਂ ਅੱਗੋਂ ਵੀ ਦੇਖਦੇ ਹਾਂ ਅਤੇ ਸਾਡਾ ਮੰਨ ਲਓ ਕਿ ਇਹਦੇ 'ਤੇ ਵੀ ਪੈਟਰਨ ਨਹੀਂ ਚੱਲਦਾ, ਫਿਰ ਸਾਡਾ ਇਹ ਪੈਟਰਨ ਹੀ ਗਲਤ ਆ, ਅਸੀਂ ਕੋਈ ਹੋਰ ਪੈਟਰਨ ਸੋਚਾਂਗੇ। ਠੀਕ ਹੈ, ਆਪਾਂ ਨੂੰ ਸਾਰੇ ਪੈਟਰਨ, ਸਾਰੇ ਗਰੁੱਪਸ ਦੇ ਉੱਤੇ ਪੈਟਰਨ ਜਿਹੜਾ ਉਹ ਚਲਾ ਕੇ ਦੇਖਣਾ ਪਏਗਾ, ਨਹੀਂ ਤਾਂ ਸਾਡਾ ਕੋਈ ਪੈਟਰਨ ਹੋਰ ਚੱਲੇਗਾ। ਠੀਕ ਹੈ, ਹੁਣ ਇਹਦੇ ਵਿੱਚ ਇਹ ਹੋ ਗਿਆ 4 ਨਾਲ ਮਲਟੀਪਲਾਈ ਕਰਕੇ 2 ਐਡ ਕੀਤਾ, ਇਹ ਨਹੀਂ ਬਣਿਆ। ਹੁਣ ਇੱਥੇ 10 ਨੂੰ 4 ਨਾਲ ਕੀਤਾ, 10 ਚੌਕੇ 40 ਅਤੇ ਜਮਾ 2 42, 3 ਚੌਕੇ 12 ਅਤੇ 2 14। ਇਹਦਾ ਮਤਲਬ ਇਹ ਸਾਡਾ ਔਡ 1 ਆਊਟ ਹੋ ਗਿਆ ਜੀ। ਨੈਕਸਟ ਹੈ ਅਲਫਾ ਨਿਊਮੈਰਿਕ ਸੀਰੀਜ਼, ਮਤਲਬ ਜਿਹਦੇ ਵਿੱਚ ਅਲਫਾਬੈਟਸ ਵੀ ਹੋਣਗੇ ਔਰ ਨੰਬਰਸ ਵੀ ਹੋਣਗੇ। ਦੇਖੋ D4, T9, H8, P16। ਮੈਂ ਹੁਣੇ ਤੁਹਾਨੂੰ ਦੱਸ ਕੇ ਹਟੀ ਸੀਗੀ ਕਿ ਇਜੋਟੀ ਤੋਂ D ਦੀ ਤੁਹਾਨੂੰ ਪਤਾ ਹੀ ਹੈ, ਸਿੰਪਲ ਹੈ, ਸ਼ੁਰੂ 'ਚ ਆ ਜਾਏਗੀ, ਇਹਦੀ 4 ਹੈਗੀ ਪੋਜੀਸ਼ਨਲ ਵੈਲਿਊ, ਅਤੇ D4 ਆ ਗਿਆ। T19 ਹਮੇਸ਼ਾ ਕ੍ਰਿਕਟ ਦੇ ਮੈਚ 'ਚੋਂ ਯਾਦ ਰੱਖਣਾ ਹੈ ਕਿ ਦਿਸ ਇਜ਼ T20। T20 ਆਪਾਂ ਖੇਡਦੇ ਹਾਂ ਕ੍ਰਿਕਟ ਦਾ ਮੈਚ। ਠੀਕ ਹੈ, ਇਹਦਾ ਮਤਲਬ ਇਹ ਹੋਇਆ ਕਿ T ਦੀ ਪੋਜੀਸ਼ਨਲ ਵੈਲਿਊ ਜਿਹੜੀ ਆ ਉਹ ਹਮੇਸ਼ਾ ਕਿੰਨੀ ਹੁੰਦੀ ਆ, 20। ਓਕੇ, ਹੁਣ ਇੱਥੇ ਹੀ ਸਾਡਾ ਰੋਂਗ ਹੋ ਗਿਆ। ਆਪਾਂ ਅਗਲੇ ਵੀ ਦੇਖਾਂਗੇ। H ਦੀ ਹੈਗੀ ਆ 8, ਕਿੱਥੋਂ ਸ਼ੁਰੂ ਹੋਏਗਾ, ਇਜੋਟੀ ਦੇ ਵਿੱਚ ਕਿੱਥੇ ਆ ਸਕਦਾ ਵਾ ਸਾਡਾ। ਠੀਕ ਹੈ, EFGH। ਠੀਕ ਹੈ, EFGH, I ਅਤੇ J ਕਿੱਥੇ ਜਾ ਰਿਹਾ ਸੀਗਾ, J ਸਾਡਾ ਸੈਕਿੰਡ ਨੰਬਰ 'ਤੇ ਸੀਗਾ। ਦੇਖੋ J ਸੀਗਾ ਸਾਡਾ ਸੈਕਿੰਡ ਨੰਬਰ ਦੇ ਉੱਤੇ, ਅਤੇ ਸੈਕਿੰਡ ਨੰਬਰ ਦੇ ਉੱਤੇ ਸਾਡੀ ਕਿੰਨੀ ਸੀਗੀ ਵੈਲਿਊ ਜਿਹੜੀ ਉਹਦੀ, 10। ਠੀਕ ਹੈ, ਇਜੋਟੀ 5 'ਤੇ ਇੱਥੇ ਆ ਗਈ ਸੀ 10, 10 ਤੋਂ ਪਿੱਛੇ ਚਲੇ ਜਾਵਾਂਗੇ ਆਪਾਂ ਹੁਣ। ਠੀਕ ਹੈ, 10, 9 ਅਤੇ 8, H ਦੀ 8 ਹੈ। ਇਸੇ ਤਰ੍ਹਾਂ P ਦੀ 16 ਆ, ਸਾਡੇ ਕੋਲ ਔਡ ਕਿਹੜਾ ਹੋ ਗਿਆ, T19। ਠੀਕ ਹੈ, ਨੈਕਸਟ ਹੈਗਾ, ਦੇਖੋ ਇਹਨੂੰ ਅਸੀਂ ਦੇਖਾਂਗੇ ਥੋੜ੍ਹਾ ਜਿਹਾ ਸੋਲਵ ਕਰਕੇ। PD 1000, HD 36, JH 86, CE 16। ਹੁਣ P ਦੀ ਪੋਜੀਸ਼ਨਲ ਵੈਲਿਊ 16, D ਦੀ 4, ਇਹਨੂੰ ਅਸੀਂ ਪਲੱਸ ਕੀਤਾ ਅਤੇ ਆ ਗਿਆ 20। ਅਸੀਂ ਦੇਖਾਂਗੇ ਕਿ PD ਦੇ ਨਾਲ 1000 ਕਿਵੇਂ ਆ ਰਿਹਾ ਆ। ਅਸੀਂ ਕੋਈ ਵੀ ਪੈਟਰਨ ਲਗਾ ਕੇ ਦੇਖਾਂਗੇ। 20 ਹੈਗਾ, 20 ਨੂੰ 2 ਨਾਲ ਡਿਵਾਈਡ ਕੀਤਾ ਅਤੇ ਆ ਗਿਆ 10, 10 ਨੂੰ ਸਕੁਅਰ ਕੀਤਾ ਅਤੇ ਆ ਗਿਆ 100, 100 ਜਿਹੜਾ ਆ 10 ਦਾ ਸਕੁਅਰ ਕਰਕੇ ਆ ਗਿਆ ਇੱਥੇ 100। ਠੀਕ ਹੈ, ਜਿਹੜਾ ਕਿ ਸਾਡੇ ਕੋਲ ਕਿੰਨਾ ਆਉਣਾ ਚਾਹੀਦਾ ਸੀਗਾ, ਇੱਥੇ 100 ਆ ਗਿਆ, ਇੱਥੇ ਸਾਨੂੰ 1000 ਦਿੱਤਾ। ਆਪਾਂ ਨੈਕਸਟ ਅਗਲਾ ਕਰਕੇ ਦੇਖਾਂਗੇ ਕਿ ਕੀ ਇਸ ਪੈਟਰਨ ਦੇ ਨਾਲ ਬਾਕੀ 3 ਠੀਕ ਨਿਕਲਦੇ ਆ। ਜੇ ਬਾਕੀ ਤਿੰਨੋਂ ਠੀਕ ਨਿਕਲਦੇ ਹੋਣਗੇ ਤਾਂ ਫਿਰ ਇਹ ਸਾਡਾ ਜਿਹੜਾ ਉਹ ਪੈਟਰਨ ਜਿਹੜਾ ਉਹ ਕੀ ਹੋਏਗਾ, ਸਾਡੇ ਕੋਲ ਰੋਂਗ ਹੋਏਗਾ। ਠੀਕ ਹੈ, ਨੈਕਸਟ ਜੇ ਆਪਾਂ ਸੈਕਿੰਡ ਕਰਕੇ ਦੇਖੀਏ, J ਦੀ ਵੈਲਿਊ 10, H ਦੀ ਵੈਲਿਊ 8, 18 ਹੋ ਗਿਆ, 2 ਨਾਲ ਡਿਵਾਈਡ ਕੀਤਾ ਅਤੇ 9 ਆ ਗਿਆ, 9 ਦਾ ਸਕੁਅਰ ਕੀਤਾ ਅਤੇ 81। ਹੁਣ ਸਾਡੇ ਕੋਲ ਇਹਦੀ ਜਿਹੜੀ ਆ 81 ਹੀ ਦੇਖੋ ਹੈਗੀ ਆ, ਇਹਦੀ JH ਦੀ 81 ਹੈ। ਇਸੇ ਤਰ੍ਹਾਂ ਅਸੀਂ ਇੱਧਰੋਂ ਕਰਕੇ ਦੇਖਾਂਗੇ H ਅਤੇ D ਦੀ।
एच डी दी कीती, एच हैगी 8, डी हैगी 4, 12 हो गया, डिवाइड किया तो 6 का स्क्वेयर किया तो 36। सेम इस तरह असीं सी ई दी करके वेखांगे। ठीक है, सी दी वैल्यू कितनी आ 3 हैगी आ, 3 प्लस ई दी कितनी आ 5, 5 प्लस 3 कितना आ गया 8, 8 नूं डिवाइड किया। ठीक है, 8 नूं असीं डिवाइड किया 2 नाल, 8 नूं डिवाइड किया 2 नाल तो आ गया साढ़े कोल 4, 4 का स्क्वेयर किया तो आ गया साढ़े कोल 16। इसका मतलब जिहड़ा असीं पैटर्न लिया सी उहदे नाल आ 3 तो ठीक आ गए, ये साडा गलत आ गया, ये साडा ऑड वाला हो जाएगा। ठीक है, ये सी बेटे साडियां थोड़ियां जिहियां अज क्लासीफिकेशन दे नाल रिलेटेड जिहड़े ने क्वेश्चनस ने, सो इन्हां नूं तुसीं बेटे बड़े ध्यान नाल करना आ। इहदे नाल दे क्वेश्चनस जिहड़े ने तुहाडे NTSC विच भी और NMMS दे मैट दे पेपर दे विच आउंदे ने। सो इफ यू वांट टू वॉच मोर वीडियोज़ इन ईजीयर वे, सो सबसक्राइब कर लेना बेटे चैनल नूं, ते मैं तुहानूं इहदे नाल दीयां होर वीडियोज़ जिहड़ियां ने ओह दिंदी रवांगी। ओके, थैंक यू बेटा।